हाँ जी स्टूडेंट्स वेलकम करते हैं ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਰਾਜਨੀਤਿਕ ਸੱਭਿਆਚਾਰ ਕੀ ਹੈ, ਰਾਜਨੀਤਿਕ ਸੱਭਿਆਚਾਰ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਤੇ ਇਸ ਦੇ ਪੱਖ ਆਪਾਂ ਇਸ ਵੀਡੀਓ 'ਚ ਕਰਾਂਗੇ, ਇਸ ਦੇ ਅੰਗ। ਹਾਂਜੀ, ਰਾਜਨੀਤਿਕ ਸੱਭਿਆਚਾਰ ਹੈਗਾ ਜਿਹੜਾ ਕਿ ਜਿਵੇਂ ਕਿ ਸੱਭਿਆਚਾਰ ਹੁੰਦਾ, ਸੱਭਿਆਚਾਰ ਦੇ ਵਿੱਚ ਆਪਣੇ ਰਸਮਾਂ, ਰੀਤੀ ਰਿਵਾਜ, ਰਹਿਣਾ ਸਹਿਣਾ, ਖਾਣਾ ਪੀਣਾ, ਪਹਿਰਾਵਾ, ਬੋਲ ਚਾਲ, ਆਪਣੇ ਸਭ ਕੁਛ, ਇਹ ਸਾਰਾ ਕੁਛ ਆਪਣਾ ਆ ਜਾਂਦਾ ਜਿਹੜੇ ਕਿ ਸੱਭਿਆਚਾਰ ਦੇ ਵਿੱਚ ਆ ਜਾਂਦਾ। ਐਵੇਂ ਇੱਕ ਜਿਹੜੇ ਕਿ ਪੋਲੀਟੀਕਲ ਕਲਚਰ ਹੁੰਦਾ, ਰਾਜਨੀਤਿਕ ਸੱਭਿਆਚਾਰ ਹੁੰਦਾ, ਠੀਕ ਹੈ, ਜਿਹਦੇ ਵਿੱਚ ਰਾਜਨੀਤੀ ਦੇ ਸੰਬੰਧੀ ਆਪਣੇ ਕੀ ਵਿਸ਼ਵਾਸ ਨੇ, ਆਪਣੇ ਕੀ ਕਦਰਾਂ ਕੀਮਤਾਂ ਨੇ, ਆਪਣਾ ਉਹ ਸਾਰਾ ਕੁਛ ਕੀ ਆ ਜਾਂਦਾ ਨਾ, ਰਾਜਨੀਤਿਕ ਸੱਭਿਆਚਾਰ ਹੋ ਜਾਂਦਾ। ਤੇ ਸਭ ਤੋਂ ਪਹਿਲਾਂ ਕੋਈ ਵੀ ਆਪਾਂ ਲੌਂਗ ਕੁਐਸਚਨ ਆ ਉਹਦੇ ਵਿੱਚ ਤੁਹਾਨੂੰ ਜਾਣ ਪਛਾਣ ਯਾਦ ਕਰਨੀ ਚਾਹੀਦੀ ਹੈ, ਫਿਰ ਉਹਦੀਆਂ ਪਰਿਭਾਸ਼ਾਵਾਂ, ਫਿਰ ਅੱਗੇ ਉਹਨਾਂ ਦਾ ਪਾਠ ਜੋ ਵੀ ਜਿਵੇਂ ਇਹਦੀ ਵਿਸ਼ੇਸ਼ਤਾਵਾਂ ਐਵੇਂ ਕੁਐਸਚਨ ਆ, ਠੀਕ ਹੈ। ਜਾਣ ਪਛਾਣ ਦੇ ਵਿੱਚ ਤੁਸੀਂ ਇਹੀ ਦਵੋਗੇ ਕਿ ਰਾਜਨੀਤਿਕ ਸੱਭਿਆਚਾਰ ਦੀ ਧਾਰਨਾ ਕੋਈ ਜ਼ਿਆਦਾ ਪੁਰਾਣੀ ਨਹੀਂ ਹੈਗੀ। ਇਹਦਾ ਜਿਹੜੇ ਕਿ ਰਾਜਨੀਤਿਕ ਸ਼ਾਸਤਰ ਦੇ ਸਾਹਿਤ ਦੇ ਵਿੱਚ ਰਾਜਨੀਤਿਕ ਸੱਭਿਆਚਾਰ ਹੈ 1956 ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ। ਤੇ ਪਹਿਲੀ ਵਾਰ ਹੈ ਜਿਹੜੇ ਕਿ ਰਾਜਨੀਤਿਕ ਸੱਭਿਆਚਾਰ ਸ਼ਬਦ ਦੀ ਵਰਤੋਂ ਗੈਬਰੀਅਲ ਆਲਮੰਡ ਨੇ ਕੀਤੀ ਸੀ। ਤੁਲਾਤਮਕ ਰਾਜਨੀਤਿਕ ਪ੍ਰਣਾਲੀ ਬੁੱਕ ਹੈ ਜਿਹੜੀ ਕਿ ਇਸ ਸਿਰਲੇਖ ਦੇ ਅਧੀਨ ਕੰਪੈਰੇਟਿਵ ਪੋਲੀਟੀਕਲ ਸਿਸਟਮ, ਇਸ ਦੇ ਅਧੀਨ ਕੀਤੀ ਸੀ 1956 ਈਸਵੀ ਦੇ ਵਿੱਚ, ਠੀਕ ਹੈ। ਤੇ ਰਾਜਨੀਤਿਕ ਸੱਭਿਆਚਾਰ ਦਾ ਸਹੀ ਤੌਰ ਤੇ ਆਪਾਂ ਕਹਿ ਸਕਦੇ ਸ਼ੁਰੂਆਤ ਆ 1963 ਈਸਵੀ ਦੇ ਵਿੱਚ ਆਲਮੰਡ ਤੇ ਸਿਡਨੀ ਵਰਬਾ ਇਹਨਾਂ ਨੇ ਸਿਵਿਕ ਕਲਚਰ ਨਾਮੀ ਇੱਕ ਪੁਸਤਕ ਪ੍ਰਕਾਸ਼ਿਤ ਹੋਣ ਤੋਂ ਮੰਨਿਆ ਜਾਂਦਾ। ਇੰਨੀ ਕੁ ਤੁਸੀਂ ਇਹਦੀ ਜਾਣ ਪਛਾਣ ਦੇ ਵਿੱਚ ਜਿਹੜੇ ਕਿ ਲਿਖ ਦੇਣਾ। ਦੈਨ ਉਸ ਤੋਂ ਬਾਅਦ ਅਗਰ ਤੁਸੀਂ ਇਹ ਬੁੱਕਸ ਨੇਮ ਯਾਦ ਕਰਨੇ ਤੁਸੀਂ ਕਰ ਸਕਦੇ ਹੋ ਕਿ ਤੁਹਾਨੂੰ ਵੈਰੀ ਸ਼ਾਰਟ ਕੁਐਸਚਨਸ ਲਈ ਯੂਜ਼ਫੁਲ ਹੋ ਸਕਦੇ ਨੇ। ਉਸ ਤੋਂ ਬਾਅਦ ਰਾਜਨੀਤਿਕ ਸੱਭਿਆਚਾਰ ਦੀ ਪਰਿਭਾਸ਼ਾ ਆਲਮੰਡ ਤੇ ਪਾਵੇਲ ਦੇ ਅਨੁਸਾਰ, ਆਲਮੰਡ ਤੇ ਪਾਵੇਲ ਦੇ ਵਿਚਾਰ ਅਨੁਸਾਰ ਰਾਜਨੀਤਿਕ ਸੱਭਿਆਚਾਰ ਵਿੱਚ ਅਜਿਹੀਆਂ ਮਨੋਵਿਰਤੀਆਂ ਦ੍ਰਿਸ਼ਟੀਕੋਣ, ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਵੀ ਜਿਹੜੇ ਪਰਿਭਾਸ਼ਾਵਾਂ ਨੇ ਅਗਰ ਤਾਂ ਤੁਹਾਨੂੰ ਡਿਟੋ ਯਾਦ ਨੇ, ਠੀਕ ਹੈ, ਫਿਰ ਤਾਂ ਤੁਸੀਂ ਇਹਨੂੰ ਕੌਮਿਆਂ ਦੇ ਵਿੱਚ ਦੇਣਾ ਹੁੰਦਾ। ਅਗਰ ਤੁਹਾਨੂੰ ਡਿਟੋ ਯਾਦ ਨਹੀਂ ਹੈਗੀ, ਤੁਸੀਂ ਇਹਨੂੰ ਆਪਣੀ ਵਰਡਿੰਗ ਦੇ ਵਿੱਚ ਲਿਖਣਾ ਤਾਂ ਲਿਖ ਵੀ ਸਕਦੇ ਹੋ, ਬਟ ਕੌਮਿਆਂ ਦੇ ਵਿੱਚ ਚੀਜ਼ ਨਹੀਂ ਕਰਨੀ ਫਿਰ, ਠੀਕ ਹੈ। ਵੈਸੇ ਕਹਿ ਸਕਦਾ ਵੀ ਆਲਮੰਡ ਤੇ ਪਾਵੇਲ ਦੇ ਅਨੁਸਾਰ ਇਹਦੇ ਵਿੱਚ ਰਾਜਨੀਤਿਕ ਸੱਭਿਆਚਾਰ ਵਿੱਚ ਅਜਿਹੀਆਂ ਮਨੋਵਿਰਤੀਆਂ, ਆਪਣੇ ਮਨ ਦੇ ਦ੍ਰਿਸ਼ਟੀਕੋਣ, ਵਿਸ਼ਵਾਸ, ਕਦਰਾਂ ਕੀਮਤਾਂ, ਹੁਨਰ ਪਾਏ ਜਾਂਦੇ ਨੇ ਜੋ ਸਮੁੱਚੀ ਵਸੋਂ ਵਿੱਚ ਪ੍ਰਚਲਿਤ ਨੇ। ਤੇ ਇਹਦੇ ਵਿੱਚ ਉਹ ਪ੍ਰਵਿਰਤੀਆਂ ਤੇ ਨਮੂਨੇ ਵੀ ਸ਼ਾਮਲ ਹੁੰਦੇ ਨੇ ਜੋ ਉਸ ਵਸੋਂ ਦੇ ਵੱਖ-ਵੱਖ ਭਾਗਾਂ ਵਿੱਚ ਪਾਏ ਜਾਂਦੇ ਨੇ। ਜਾਂ ਤੁਸੀਂ ਇਹ ਦੋਨੋਂ ਰਾਈਟਰਾਂ ਦੀ ਯਾਦ ਕਰ ਸਕਦੇ ਹੋ। ਐਲਨ ਆਰ ਬਾਲ ਦੇ ਅਨੁਸਾਰ ਰਾਜਨੀਤਿਕ ਸੱਭਿਆਚਾਰਿਕ ਵਿੱਚ ਸਮਾਜ ਦੇ ਉਹ ਦ੍ਰਿਸ਼ਟੀਕੋਣ, ਵਿਸ਼ਵਾਸ, ਭਾਵਨਾਵਾਂ, ਕਦਰਾਂ ਕੀਮਤਾਂ ਸ਼ਾਮਲ ਨੇ ਜੋ ਰਾਜਨੀਤਿਕ ਪ੍ਰਣਾਲੀ ਅਤੇ ਰਾਜਨੀਤਿਕ ਮਾਮਲਿਆਂ ਨਾਲ ਸੰਬੰਧਿਤ ਹੁੰਦੇ ਨੇ। ਤੇ ਐਰੀ ਰੋ ਦੇ ਅਨੁਸਾਰ ਰਾਜਨੀਤਿਕ ਸੱਭਿਆਚਾਰ ਨਿੱਜੀ ਕਦਰਾਂ ਕੀਮਤਾਂ, ਵਿਵਸਥਾ ਅਤੇ ਭਾਵਨਾਤਮਕ ਵਿਵਹਾਰਾਂ ਦੀ ਨਮੂਨਾ ਹੈ। ਤੇ ਇਹਨਾਂ ਦੇ ਆਧਾਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਪ੍ਰਣਾਲੀ ਸੰਬੰਧੀ, ਪੋਲੀਟੀਕਲ ਸਿਸਟਮ ਸੰਬੰਧੀ ਲੋਕਾਂ ਦੇ ਜੋ ਰਾਜਨੀਤਿਕ ਵਿਸ਼ਵਾਸ ਨੇ, ਕਦਰਾਂ ਕੀਮਤਾਂ ਨੇ, ਭਾਵਨਾਵਾਂ ਨੇ, ਦ੍ਰਿਸ਼ਟੀਕੋਣ ਨੇ, ਉਹਨਾਂ ਨੂੰ ਆਪਾਂ ਸਮੂਹਿਕ ਤੌਰ 'ਤੇ ਕੀ ਕਹਾਂਗੇ, ਰਾਜਨੀਤਿਕ ਸੱਭਿਆਚਾਰ ਕਹਾਂਗੇ, ਠੀਕ ਹੈ। ਹੁਣ ਆਪਾਂ ਇਹਦੀਆਂ ਕਰਦੇ ਹਾਂ ਅੱਗੇ ਵਿਸ਼ੇਸ਼ਤਾਵਾਂ, ਤੱਤ ਆਪਾਂ ਬਾਅਦ ਚੋਂ ਕਰਾਂਗੇ। ਹਾਂਜੀ, ਵਿਸ਼ੇਸ਼ਤਾਵਾਂ ਨੂੰ ਜਿਹੜੇ ਕਿ ਲੱਛਣ ਵੀ ਕਿਹਾ ਜਾ ਸਕਦਾ ਹੈ, ਕਰੈਕਟਰਿਸਟਿਕ ਵਿਸ਼ੇਸ਼ਤਾਵਾਂ ਜਾਂ ਫੀਚਰਸ। ਹਾਂਜੀ, ਸਭ ਤੋਂ ਪਹਿਲਾਂ ਹੈਡਿੰਗ ਯਾਦ ਕਰਨੇ ਨੇ। ਜਿਵੇਂ ਹੈਡਿੰਗ ਨੇ ਇਹਦੇ ਵਿੱਚ ਸਧਾਰਨ ਸੱਭਿਆਚਾਰ ਦਾ ਅੰਗ ਹੈ ਇਹ। ਸੈਕਿੰਡ ਹੈਡਿੰਗ ਆ ਰਾਜਨੀਤਿਕ ਵਿਸ਼ਵਾਸ, ਰਾਜਨੀਤਿਕ ਦ੍ਰਿਸ਼ਟੀਕੋਣ, ਰਾਜਨੀਤਿਕ ਕਦਰਾਂ ਕੀਮਤਾਂ ਦਾ ਸਮੂਹਿਕ ਨਾਮ ਹੈ ਇਹ ਰਾਜਨੀਤਿਕ ਸੱਭਿਆਚਾਰ। ਇਸ ਤੋਂ ਇਲਾਵਾ ਰਾਜਨੀਤਿਕ ਸੱਭਿਆਚਾਰ ਦੇਸ਼ ਦੀ ਰਾਜਨੀਤੀ ਜਾਂ ਰਾਜਨੀਤਿਕ ਪ੍ਰਣਾਲੀ ਨਾਲ ਸੰਬੰਧੀ ਲੋਕਾਂ ਦੀਆਂ ਮਨੋਵਿਰਤੀਆਂ ਦਾ ਸਮੂਹਿਕ ਨਾਮ ਹੈ। ਤੇ ਅਨੇਕਾਂ ਨਿਰਮਾਣਿਕ ਤੱਥਾਂ ਦੀ ਉਪਜ ਹੈ ਇਹ। ਤੇ ਅੰਤਰਮੁਖੀ ਧਾਰਨਾ ਤੇ ਇੱਕ ਹੀ ਸਮਾਜ ਵਿੱਚ ਇਸ ਦੇ ਕਈ ਰੂਪ ਹੋਣ ਦੇ ਵਿੱਚ ਨੇ। ਤੇ ਇਸ ਤੋਂ ਇਲਾਵਾ ਵਿਸ਼ਵ ਵਿਆਪਕ ਧਾਰਨਾ ਇਹ। ਤੇ ਅੱਗੇ ਹੈ ਰਾਜਨੀਤਿਕ ਸੱਭਿਆਚਾਰ ਵਿੱਚ ਪਰੰਪਰਾਵਾਂ ਦੀ ਭੂਮਿਕਾ ਹੈ, ਪਰਿਵਰਤਨਸ਼ੀਲ ਸਰੂਪ ਹੈ ਇਹ। ਤੇ ਰਾਜਨੀਤਿਕ ਸੱਭਿਆਚਾਰ ਤੇ ਰਾਜਨੀਤਿਕ ਪ੍ਰਣਾਲੀ ਵਿੱਚ ਅੰਤਰ ਕਿਰਿਆ। ਅੱਗੇ ਇਹਨਾਂ ਦੀ ਹੁਣ ਆਪਾਂ ਵਿਆਖਿਆ ਕਰਦੇ ਹਾਂ। ਪਹਿਲਾਂ ਹੈਡਿੰਗ ਯਾਦ ਕਰਨੇ ਤੁਸੀਂ। ਹਾਂਜੀ, ਪਹਿਲਾ ਹੈ ਵੀ ਸਧਾਰਨ ਸੱਭਿਆਚਾਰ ਦਾ ਅੰਗ। ਕਿਸੇ ਵੀ ਸਮਾਜ ਦਾ ਜਿਹੜੀ ਕਿ ਰਾਜਨੀਤਿਕ ਸੱਭਿਆਚਾਰ ਆ ਉਸਦੇ ਸਧਾਰਨ ਸੱਭਿਆਚਾਰ ਤੋਂ ਬਿਲਕੁਲ ਵੀ ਅਲੱਗ ਨਹੀਂ ਹੋ ਸਕਦਾ। ਇੱਕ ਹੀ ਸਮਾਜ ਦੇ ਵਿੱਚ ਵੱਖ-ਵੱਖ ਵਰਗਾਂ ਜਾਂ ਸੰਪਰਦਾਵਾਂ ਦੇ ਲੋਕਾਂ ਦਾ ਸਧਾਰਨ ਸੱਭਿਆਚਾਰ ਆ ਜਿਹੜੇ ਕਿ ਵੱਖ-ਵੱਖ ਹੁੰਦਾ। ਭਾਵ ਕਿ ਜੇ ਆਪਾਂ ਇੱਕ ਸਮਾਜ ਦੇ ਵਿੱਚ ਰਹਿ ਰਹੇ ਹਾਂ ਉਹਦੇ 'ਚ ਜਿਹੜੇ ਅਲੱਗ-ਅਲੱਗ ਵਰਗ ਨੇ, ਜਿਵੇਂ ਸਪੋਜ਼ ਆਪਾਂ ਭਾਰਤ ਦੇ ਵਿੱਚ ਰਹਿ ਰਹੇ ਹਾਂ, ਪੰਜਾਬੀਆਂ ਦਾ ਅਲੱਗ ਸੱਭਿਆਚਾਰ ਆ, ਠੀਕ ਹੈ, ਤਾਂ ਬੰਗਾਲੀਆਂ ਦਾ ਅਲੱਗ ਸੱਭਿਆਚਾਰ ਆ, ਹਰਿਆਣੇ ਦਾ ਅਲੱਗ ਸੱਭਿਆਚਾਰ ਆ, ਤੇ
ਪੱਛਮੀ ਬੰਗਾਲ ਵਾਲੇ ਉਧਰਲੀ ਸਾਈਡ ਅਲੱਗ ਸੱਭਿਆਚਾਰ ਆ, ਹਰ ਇੱਕ ਦਾ ਅਲੱਗ-ਅਲੱਗ ਆਪਣਾ ਜਿਹੜੇ ਕਿ ਕਲਚਰ ਹੈ। ਤਾਂ ਉਹਨਾਂ ਦਾ ਜਿਹੜੇ ਕਿ ਇਹ ਸੱਭਿਆਚਾਰ, ਉਹਨਾਂ ਦੇ ਜਿਹੜੇ ਕਿ ਇੱਕ ਹੀ ਸਮਾਜ ਦੇ ਵਿੱਚ ਵੱਖ-ਵੱਖ ਵਰਗਾਂ ਜਾਂ ਸੰਪਰਦਾਵਾਂ ਦੇ ਲੋਕਾਂ ਦਾ ਸਧਾਰਨ ਸੱਭਿਆਚਾਰ ਆ ਜਿਹੜੇ ਕਿ ਵੱਖ-ਵੱਖ ਹੁੰਦਾ, ਤੇ ਉਹਨਾਂ ਦਾ ਇਹ ਸੱਭਿਆਚਾਰ ਉਹਨਾਂ ਦੇ ਰਾਜਨੀਤਿਕ ਸੱਭਿਆਚਾਰ ਦੇ ਨਿਰਮਾਣ ਦੇ ਵਿੱਚ ਵੀ ਭੂਮਿਕਾ ਨਿਭਾਉਂਦਾ। ਭਾਵ ਕਿ ਰਾਜਨੀਤਿਕ ਸੱਭਿਆਚਾਰ ਪਹਿਲਾਂ ਤਾਂ ਹੈ ਕਿ ਤੁਹਾਨੂੰ ਹੁਣੀ ਦੱਸਿਆ ਆਪਾਂ ਨੇ ਕਿ ਰਾਜਨੀਤਿਕ ਸੱਭਿਆਚਾਰ ਦੇ ਵਿੱਚ ਰਾਜਨੀਤਿਕ ਪ੍ਰਣਾਲੀ ਪ੍ਰਤੀ ਲੋਕਾਂ ਦਾ ਕੀ ਵਿਸ਼ਵਾਸ ਆ, ਕਿ ਲੋਕਾਂ ਨੇ ਕੀ ਕਦਰਾਂ ਕੀਮਤਾਂ ਨੇ, ਲੋਕਾਂ ਦਾ ਕੀ ਦ੍ਰਿਸ਼ਟੀਕੋਣ ਆ, ਕੀ ਨਜ਼ਰੀਆ ਹੈ ਪੋਲੀਟੀਕਲ ਸਿਸਟਮ ਦੇ ਪ੍ਰਤੀ, ਉਹ ਸਾਰਾ ਕਿਹਦੇ ਵਿੱਚ ਆ ਜਾਊਗਾ, ਰਾਜਨੀਤਿਕ ਸੱਭਿਆਚਾਰ ਦੇ ਵਿੱਚ ਆ ਜਾਊਗਾ। ਠੀਕ ਹੈ। ਤਾਂ ਇੱਕ ਜਿਹੜੀ ਕਿ ਇਹੀ ਜਿਹੜਾ ਅਲੱਗ-ਅਲੱਗ ਲੋਕਾਂ ਦਾ ਸੱਭਿਆਚਾਰ, ਇਹੀ ਰਾਜਨੀਤਿਕ ਸੱਭਿਆਚਾਰ ਦੇ ਵਿੱਚ ਹਿੱਸਾ ਪਾਉਂਦਾ, ਉਹਨੂੰ ਉਹਦੇ ਵਿੱਚ ਭੂਮਿਕਾ ਨਿਭਾਉਂਦਾ। ਕਿਉਂਕਿ ਇੱਕ ਜਿਹੜੀ ਸੰਪਰਦਾ, ਉਹਨਾਂ ਦੇ ਰਸਮਾਂ ਰਿਵਾਜ, ਉਹਨਾਂ ਦੇ ਸਮਾਜਿਕ ਵਿਸ਼ਵਾਸ, ਉਹਨਾਂ ਦੇ ਨੈਤਿਕ ਕਦਰਾਂ ਕੀਮਤਾਂ, ਪਹਿਰਾਵੇ ਦੇ ਰੂਪ, ਦੈਨਿਕ ਜੀਵਨ ਨਾਲ ਸੰਬੰਧਿਤ ਹੋ ਰਹੇ ਅਨੇਕਾਂ ਅਜਿਹੇ ਤੱਥ ਨੇ ਜਿਹੜੇ ਕਿ ਸਧਾਰਨ ਸੱਭਿਆਚਾਰ ਦਾ ਨਿਰਮਾਣ ਕਰਦੇ ਨੇ। ਇਹੀ ਸੱਭਿਆਚਾਰ ਹੀ ਅੱਗੇ ਲੋਕਾਂ ਦਾ ਕਿਵੇਂ ਦਾ ਦ੍ਰਿਸ਼ਟੀਕੋਣ ਆ, ਠੀਕ ਹੈ, ਕਿਹੜੇ ਏਰੀਏ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦਾ ਸਮਾਜ ਦੇ ਪ੍ਰਤੀ ਕੀ ਦ੍ਰਿਸ਼ਟੀਕੋਣ ਆ, ਉਹਨਾਂ ਦਾ ਕਲਚਰ ਦੇ ਪ੍ਰਤੀ ਕੀ ਦ੍ਰਿਸ਼ਟੀਕੋਣ ਆ, ਉਹੀ ਦ੍ਰਿਸ਼ਟੀਕੋਣ ਉਹਨਾਂ ਦਾ ਜਿਹੜੇ ਪੋਲੀਟੀਕਲ, ਅਗਰ ਉਹ ਅਵੇਅਰ ਨੇ ਤਾਂ ਡੈਫੀਨੇਟਲੀ ਕਿ ਉਹ ਫਿਰ ਪੋਲੀਟੀਕਲ ਸਿਸਟਮ ਪ੍ਰਤੀ ਵੀ ਅਵੇਅਰ ਹੋਣਗੇ, ਹੈ ਨਾ, ਕਿ ਉਹਨਾਂ ਦੇ ਸਮਾਜ ਨੂੰ ਲੈ ਕੇ ਜੇ ਜ਼ਿਆਦਾ ਸੁਚੇਤ ਨੇ ਤਾਂ ਉਹ ਵੀ ਡੈਫੀਨੇਟਲੀ ਹੈ ਕਿ ਫਿਰ ਉਹ ਇੱਕ ਪੋਲੀਟੀਕਲ ਜਿਹੜੀ ਪਾਰਟੀ ਹੈ, ਇੱਕ ਪੋਲੀਟੀਕਲ ਸਿਸਟਮ ਹੈ, ਉਹਦੇ ਪ੍ਰਤੀ ਵੀ ਪੂਰੇ ਜਾਗਰੂਕ ਹੋਣਗੇ। ਤਾਂ ਉਹਨਾਂ ਨੂੰ ਉਹੀ ਚੀਜ਼ ਹੈ ਜਿਹੜੇ ਕਿ ਅੱਗੇ ਦਾ ਜਿਹੜਾ ਰਾਜਨੀਤਿਕ ਸੱਭਿਆਚਾਰ ਦੇ ਵਿੱਚ, ਰਾਜਨੀਤਿਕ ਸੱਭਿਆਚਾਰ ਉਹਨਾਂ ਦੇ ਮਨਾਂ ਦੇ ਵਿੱਚ, ਭਾਵ ਕਿ ਰਾਜਨੀਤਿਕ ਸੱਭਿਆਚਾਰ ਪ੍ਰਤੀ ਜਿਹੜੀਆਂ ਕਦਰਾਂ ਕੀਮਤਾਂ, ਵਿਸ਼ਵਾਸ ਨੇ, ਉਹਨਾਂ ਨੂੰ ਪੈਦਾ ਕਰਨ ਦੇ ਵਿੱਚ ਜਿਹੜਾ ਆਪਣਾ ਸਧਾਰਨ ਸੱਭਿਆਚਾਰ ਹੁੰਦਾ ਉਹੀ ਹੀ ਭੂਮਿਕਾ ਨਿਭਾਉਂਦਾ। ਤਾਂ ਆਪਾਂ ਕਹਿ ਸਕਦੇ ਕਿ ਵੀ ਸਧਾਰਨ ਸੱਭਿਆਚਾਰ ਦਾ ਅੰਗ ਹੀ ਹੁੰਦਾ ਰਾਜਨੀਤਿਕ ਸੱਭਿਆਚਾਰ। ਅੱਗੇ ਹੈ ਰਾਜਨੀਤਿਕ ਵਿਸ਼ਵਾਸ, ਰਾਜਨੀਤਿਕ ਦ੍ਰਿਸ਼ਟੀਕੋਣ, ਰਾਜਨੀਤਿਕ ਕਦਰਾਂ ਕੀਮਤਾਂ ਦਾ ਸਮੂਹਿਕ ਨਾਮ ਨੂੰ ਆਪਾਂ ਕੀ ਕਹਿੰਦੇ ਹਾਂ, ਰਾਜਨੀਤਿਕ ਸੱਭਿਆਚਾਰ ਕਹਿੰਦੇ ਹਾਂ। ਹੁਣ ਰਾਜਨੀਤਿਕ ਸੱਭਿਆਚਾਰ ਕਿਸੇ ਇੱਕ ਤੱਥ ਦਾ ਨਾਮ ਨਹੀਂ ਹੁੰਦਾ, ਮਤਲਬ ਕਿ ਕੋਈ ਇੱਕ ਗੱਲ ਨਹੀਂ ਹੁੰਦੀ ਇਹਦੇ ਵਿੱਚ ਲੋਕਾਂ ਦੇ ਰਾਜਨੀਤਿਕ ਵਿਸ਼ਵਾਸ ਹੁੰਦੇ ਨੇ, ਰਾਜਨੀਤੀ ਨੂੰ ਲੈ ਕੇ ਉਹਨਾਂ ਦੇ ਵਿੱਚ ਕੀ ਕੀ ਵਿਸ਼ਵਾਸ ਨੇ, ਕੀ ਕੀ ਬਿਲੀਵਸ ਨੇ, ਹੈ ਨਾ, ਅਤੇ ਕੀ ਕੀ ਉਹਨਾਂ ਦਾ ਦ੍ਰਿਸ਼ਟੀਕੋਣ ਹੈ, ਕੀ ਕੀ ਭਾਵਨਾਵਾਂ ਨੇ ਉਹਨਾਂ ਦੀਆਂ, ਕੀ ਕਦਰਾਂ ਕੀਮਤਾਂ ਨੇ, ਇਹਨਾਂ ਸਾਰਿਆਂ ਨੂੰ ਆਪਾਂ ਸਮੂਹਿਕ ਰੂਪ ਦੇ ਵਿੱਚ ਕੀ ਕਹਾਂਗੇ, ਰਾਜਨੀਤਿਕ ਸੱਭਿਆਚਾਰ ਕਹਾਂਗੇ। ਕਿਸੇ ਵੀ ਸਮਾਜ ਦੇ ਵਿੱਚ ਲੋਕਾਂ ਦੇ ਰਾਜਨੀਤਿਕ ਵਿਸ਼ਵਾਸ, ਰਾਜਨੀਤਿਕ ਦ੍ਰਿਸ਼ਟੀਕੋਣ ਇੱਕੋ ਜਿਹੇ ਨਹੀਂ ਹੋ ਸਕਦੇ। ਮੰਨ ਲਓ ਹੁਣ ਆਪਾਂ ਇੱਕ ਪਿੰਡ ਦੇ ਵਿੱਚ ਵੀ ਰਹਿ ਰਹੇ, ਇੱਕ ਪਿੰਡ ਦੇ ਵਿੱਚ ਵੀ ਲੋਕਾਂ ਦੀ ਸੋਚ ਇੱਕ ਨਹੀਂ ਹੁੰਦੀ, ਕਿਸੇ ਦੀ ਸੋਚ ਕਿਸੇ ਤਰੀਕੇ ਨਾਲ, ਕਿਸੇ ਦੀ ਸੋਚ ਕਿਸੇ ਤਰੀਕੇ ਨਾਲ, ਕਿਸੇ ਦਾ ਪਹਿਰਾਵਾ ਕਿਸੇ ਦੇ ਅਕੋਰਡਿੰਗ ਹੈ, ਕਿਸੇ ਦਾ ਪਹਿਰਾਵਾ ਕਿਵੇਂ ਆ, ਹੈ ਨਾ। ਤਾਂ ਉਵੇਂ ਹੀ ਇੱਕ ਹੀ ਸਮਾਜ ਦੇ ਵਿੱਚ ਲੋਕਾਂ ਦਾ ਪੋਲੀਟੀਕਲ ਸਿਸਟਮ ਪ੍ਰਤੀ ਵੀ ਇੱਕੋ ਤਰ੍ਹਾਂ ਦੇ ਵਿਸ਼ਵਾਸ ਨਹੀਂ ਹੋ ਸਕਦਾ। ਕੋਈ ਕਿਸ ਤਰੀਕੇ ਨਾਲ ਸੋਚਦਾ ਪੋਲੀਟੀਕਲ ਸਿਸਟਮ ਬਾਰੇ, ਕੋਈ ਕਿਸ ਤਰੀਕੇ ਨਾਲ ਸੋਚਦਾ, ਕੋਈ ਬਹੁਤ ਜ਼ਿਆਦਾ, ਅਤੇ ਕੋਈ ਪੋਲੀਟੀਕਲ ਸਿਸਟਮ ਬਾਰੇ ਬਿਲਕੁਲ ਅਵੇਸਲਾ ਹੁੰਦਾ, ਉਹਨੂੰ ਕੋਈ ਪਤਾ ਨਹੀਂ ਹੁੰਦਾ ਵੀ ਕੀ ਹੈ, ਹੈ ਨਾ, ਆਪਣੇ ਵੋਟਿੰਗ ਸਿਸਟਮ ਤੋਂ ਵੀ ਪੂਰੇ ਤਰੀਕੇ ਨਾਲ ਜਿਹੜੇ ਕਿ ਉਹ ਨੌਲੇਜ ਨਹੀਂ ਰੱਖਦੇ। ਤਾਂ ਇਹ ਚੀਜ਼ ਹੋ ਜਾਂਦੀ ਹੈ। ਤਾਂ ਆਪਾਂ ਇਹ ਕਹਿ ਸਕਦੇ ਵੀ ਜਿਵੇਂ ਕਦਰਾਂ ਕੀਮਤਾਂ ਇੱਕ ਦ੍ਰਿਸ਼ਟੀਕੋਣ ਜਿਹੜੇ ਕਿ ਨਹੀਂ ਹੋ ਸਕਦਾ, ਤਾਂ ਇਸੇ ਕਰਕੇ ਕਿਸੇ ਵੀ ਸਮਾਜ ਵਿੱਚ ਇੱਕੋ ਪ੍ਰਕਾਰ ਦਾ ਰਾਜਨੀਤਿਕ ਸੱਭਿਆਚਾਰ ਵੀ ਸੰਭਵ ਨਹੀਂ ਹੋ ਸਕਦਾ। ਕਿਸੇ ਵੀ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਜਾਂ ਰਾਜਨੀਤਿਕ ਮਾਮਲੇ ਪ੍ਰਤੀ ਸਾਰੇ ਲੋਕਾਂ ਦੀਆਂ ਭਾਵਨਾਵਾਂ ਇੱਕੋ ਜਿਹੀਆਂ ਨਹੀਂ ਹੋ ਸਕਦੀਆਂ। ਲੋਕਾਂ ਦਾ ਰਾਜਨੀਤਿਕ ਭਾਵਨਾਵਾਂ, ਰਾਜਨੀਤਿਕ ਵਿਸ਼ਵਾਸ, ਰਾਜਨੀਤਿਕ ਪ੍ਰਣਾਲੀ ਪ੍ਰਤੀ ਉਹਨਾਂ ਦੀ ਲਗਨ, ਉਹਨਾਂ ਦਾ ਦ੍ਰਿਸ਼ਟੀਕੋਣ ਭਾਵੇਂ ਕੁਛ ਵੀ ਹੋਵੇ, ਪਰ ਇਹ ਸਭ ਕੁਛ ਕਿਹਦਾ ਭਾਗ ਹੋ ਜਾਂਦਾ, ਰਾਜਨੀਤਿਕ ਸੱਭਿਆਚਾਰ ਦਾ ਹੋ ਜਾਂਦਾ। ਕੋਈ ਆਪਾਂ ਜਿਵੇਂ ਹੁਣੀ ਕਿਹਾ ਵੀ ਕੋਈ ਬਹੁਤ ਜ਼ਿਆਦਾ ਨੌਲੇਜ ਰੱਖਦਾ, ਕੋਈ ਨਹੀਂ ਵੀ ਰੱਖਦਾ, ਤਾਂ ਵੀ ਜਿਹੜਾ ਕੋਈ ਨਹੀਂ ਵੀ ਰੱਖਦਾ, ਇਹ ਨਹੀਂ ਹੈ ਕਿ ਉਹ ਰਾਜਨੀਤਿਕ ਸੱਭਿਆਚਾਰ 'ਚ ਨਹੀਂ ਆਊਗਾ, ਤਾਂ ਉਹ ਵੀ ਰਾਜਨੀਤਿਕ ਸੱਭਿਆਚਾਰ ਦੇ ਵਿੱਚ ਹੀ ਆਊਗਾ। ਠੀਕ ਹੈ। ਅੱਗੇ ਹੈਗਾ ਰਾਜਨੀਤਿਕ ਸੱਭਿਆਚਾਰ ਦੇਸ਼ ਦੀ ਰਾਜਨੀਤੀ ਜਾਂ ਰਾਜਨੀਤਿਕ ਪ੍ਰਣਾਲੀ ਸੰਬੰਧੀ ਲੋਕਾਂ ਦੀਆਂ ਮਨੋਵਿਰਤੀਆਂ ਦਾ ਸਮੂਹਿਕ ਨਾਮ ਹੈ। ਹਾਂਜੀ, ਤਾਂ ਇਹ ਹੈਗਾ ਜਿਹੜੇ ਕਿ ਰਾਜਨੀਤਿਕ ਸੱਭਿਆਚਾਰ ਆਪਣੇ ਆਪ ਦੇ ਵਿੱਚ ਕੋਈ ਵੱਖਰੀ ਧਾਰਨਾ ਨਹੀਂ ਹੈ। ਕਿਸੇ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਜਾਂ ਰਾਜਨੀਤੀ ਪ੍ਰਤੀ ਉੱਥੋਂ ਦੇ ਲੋਕਾਂ ਦੀਆਂ ਮਨੋਵਿਰਤੀਆਂ, ਉਹਨਾਂ ਦੀਆਂ ਕਦਰਾਂ ਕੀਮਤਾਂ, ਉਹਨਾਂ ਦੀ ਸਥਿਤੀ ਗਿਆਨ, ਉਹਨਾਂ ਦੇ ਰਾਜਨੀਤਿਕ ਵਿਸ਼ਵਾਸ ਦਾ ਸਮੂਹਿਕ ਨਾਮ ਹੀ ਕੀ ਆ, ਰਾਜਨੀਤਿਕ ਸੱਭਿਆਚਾਰ ਆ। ਅਤੇ ਇਸੇ ਧਾਰਨਾ ਦੇ ਆਧਾਰ 'ਤੇ ਆਪਾਂ ਕਹਿ ਸਕਦੇ ਹਾਂ ਕਿ ਅਸਲ ਦੇ ਵਿੱਚ ਮਨੋਵਿਗਿਆਨ ਦੇ ਵਿੱਚ, ਕਿਉਂਕਿ ਉਹ ਸਾਰੇ ਪੱਖ ਵਿਅਕਤੀ ਦੇ ਮਨੋਵਿਗਿਆਨ ਨਾਲ ਸੰਬੰਧਿਤ ਹੁੰਦੇ ਨੇ, ਐਵੇਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਰਾਜਨੀਤਿਕ ਪ੍ਰਣਾਲੀ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਮਨੋਵਿਰਤੀਆਂ, ਕਦਰਾਂ ਕੀਮਤਾਂ ਨੇ, ਸਾਰਾ ਕੁਛ ਇਹਦੇ ਵਿੱਚ ਆ ਜਾਂਦਾ। ਠੀਕ ਹੈ। ਅੱਗੇ ਹੈਗਾ ਅਨੇਕਾਂ ਨਿਰਮਾਣਿਕ ਤੱਥਾਂ ਦੀ ਉਪਜ ਹੁੰਦੀ ਹੈ।
ਹਰੇਕ ਦੇਸ਼ ਦੇ ਲੋਕਾਂ ਦਾ ਰਾਜਨੀਤਿਕ ਸੱਭਿਆਚਾਰ ਅਕਸਰ ਵੱਖ-ਵੱਖ ਜਿਹੜੇ ਰੂਪਾਂ ਦਾ ਹੁੰਦਾ ਹੈ। ਇਹਨਾਂ ਦਾ ਕਾਰਨ ਇਹ ਹੈ ਕਿ ਰਾਜਨੀਤਿਕ ਸੱਭਿਆਚਾਰ ਦਾ ਰੂਪ ਕਿਸੇ ਇੱਕ ਤੱਥ ਤੇ ਡਿਪੈਂਡ ਨਹੀਂ ਕਰਦਾ। ਇਹਦਾ ਨਿਰਮਾਣ ਕਰਨ ਦੇ ਵਿੱਚ ਕੋਈ ਇੱਕ ਤੱਥ ਭੂਮਿਕਾ ਨਹੀਂ ਨਿਭਾਉਂਦਾ, ਬਲਕਿ ਅਲੱਗ-ਅਲੱਗ ਤੱਤ ਹੁੰਦੇ ਨੇ। ਹਰੇਕ ਦੇਸ਼ ਦਾ ਆਪਣਾ ਇਤਿਹਾਸਿਕ ਪਿਛੋਕੜ ਹੁੰਦਾ ਹੈ, ਉੱਥੋਂ ਦੀ ਆਪਣੀ ਭੂਗੋਲਿਕ ਸਥਿਤੀ ਹੁੰਦੀ ਆ, ਉੱਥੋਂ ਦੇ ਲੋਕਾਂ ਦਾ ਆਪਣਾ ਇੱਕ ਵਿਸ਼ੇਸ਼ ਸਮਾਜਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਕ ਪਰਿਸਥਿਤੀਆਂ ਹੁੰਦੀਆਂ ਨੇ। ਉਹਨਾਂ ਦੇ ਅਕੋਰਡਿੰਗ ਹੀ ਲੋਕਾਂ ਦਾ ਰਾਜਨੀਤੀ ਨੂੰ ਲੈ ਕੇ ਆਪਣਾ ਆਪਣਾ ਵਿਸ਼ਵਾਸ ਹੁੰਦਾ, ਆਪਣਾ ਆਪਣਾ ਦ੍ਰਿਸ਼ਟੀਕੋਣ ਹੁੰਦਾ, ਆਪਣਾ ਆਪਣਾ ਨਜ਼ਰੀਆ ਹੁੰਦਾ। ਅਤੇ ਦੇਸ਼ ਦਾ ਇਤਿਹਾਸ, ਉਸ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਉਹਦੀਆਂ ਸਮਾਜਿਕ, ਆਰਥਿਕ, ਰਾਜਨੀਤਿਕ, ਸੱਭਿਆਚਾਰਕ ਅਵਸਥਾਵਾਂ ਉੱਥੋਂ ਦੇ ਲੋਕਾਂ ਦੇ ਰਾਜਨੀਤਿਕ ਸੱਭਿਆਚਾਰ ਨੂੰ ਨਿਰਮਾਣ ਦੇ ਵਿੱਚ ਭੂਮਿਕਾ ਨਿਭਾਉਂਦੀਆਂ ਨੇ। ਇਸੇ ਕਰਕੇ ਰਾਜਨੀਤਿਕ ਸੱਭਿਆਚਾਰ ਨੂੰ ਅਨੇਕਾਂ ਨਿਰਮਾਣਿਕ ਤੱਥਾਂ ਦੀ ਉਪਜ ਮੰਨਿਆ ਜਾਂਦਾ। ਅੱਗੇ ਹੈਗਾ ਅੰਤਰਮੁਖੀ ਧਾਰਨਾ। ਹਾਂਜੀ, ਰਾਜਨੀਤਿਕ ਸੱਭਿਆਚਾਰ ਕਿਸੇ ਇੱਕ ਤੱਥ ਦਾ ਨਾਮ ਨਹੀਂ ਹੈਗਾ, ਇਹ ਤਾਂ ਅਨੇਕਾਂ ਅੰਤਰਮੁਖੀ ਪ੍ਰਵਿਰਤੀਆਂ ਦਾ ਸਮੂਹਿਕ ਨਾਮ ਹੁੰਦਾ ਵੀ। ਬਹੁਤ ਸਾਰੇ ਇਹਦੇ ਵਿੱਚ ਸਬਜੈਕਟਿਵ ਜਿਹੜੇ ਕਿ ਕਨਸੈਪਟ ਹੁੰਦੇ ਨੇ। ਵਿਅਕਤੀ ਦੇ ਰਾਜਨੀਤਿਕ ਵਿਸ਼ਵਾਸ, ਰਾਜਨੀਤਿਕ ਕਦਰਾਂ ਕੀਮਤਾਂ, ਰਾਜਨੀਤਿਕ ਦ੍ਰਿਸ਼ਟੀਕੋਣ, ਰਾਜਨੀਤਿਕ ਭਾਵਨਾਵਾਂ, ਰਾਜਨੀਤਿਕ ਪ੍ਰਣਾਲੀ ਪ੍ਰਤੀ ਉਹਨਾਂ ਦਾ ਦ੍ਰਿਸ਼ਟੀਕੋਣ, ਇਹ ਸਾਰੀਆਂ ਚੀਜ਼ਾਂ ਨਿਰਮਾਣ ਕਰਦੀਆਂ ਨੇ ਰਾਜਨੀਤਿਕ ਸੱਭਿਆਚਾਰ ਦਾ। ਤਾਂ ਇਹ ਸਾਰੇ ਹੀ ਤੱਥ ਕੀ ਹੁੰਦੇ ਨੇ? ਅੰਤਰਮੁਖੀ ਹੁੰਦੇ ਨੇ। ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਤੱਥਾਂ ਦਾ ਸੰਬੰਧ ਵਿਅਕਤੀ ਦੀਆਂ ਅੰਦਰੂਨੀ ਭਾਵਨਾਵਾਂ ਨਾਲ ਆ। ਹੁਣ ਕਿਸੇ ਦਾ ਕੀ ਦ੍ਰਿਸ਼ਟੀਕੋਣ ਹੈ ਕਿਸੇ ਪ੍ਰਤੀ, ਹੁਣ ਉਹ ਆਪਾਂ ਨੂੰ ਸਾਹਮਣੇ ਥੋੜ੍ਹੀ ਦਿਖੂਗਾ, ਉਹ ਆਪਾਂ ਨੂੰ ਇੱਕ ਫੀਲਿੰਗ ਹੈ, ਇਹਨਾਂ ਨੂੰ ਆਪਾਂ ਸਿਰਫ ਮਹਿਸੂਸ ਕਰ ਸਕਦੇ ਹਾਂ। ਇਹ ਫੀਲਿੰਗਸ ਨੂੰ ਆਪਾਂ ਜਿਹੜੇ ਕਿ ਲੋਕਾਂ ਨੂੰ ਦਿਖਾ ਨਹੀਂ ਸਕਦੇ ਕਿ ਇਹ ਚੀਜ਼ ਆ, ਉਹ ਆਪਾਂ ਸਿਰਫ ਮਹਿਸੂਸ ਕਰ ਸਕਦੇ ਹਾਂ। ਠੀਕ ਹੈ, ਅੰਤਰਮੁਖੀ ਧਾਰਨਾਵਾਂ ਹੋ ਗਈਆਂ। ਅਤੇ ਇਸੇ ਕਰਕੇ ਕਿਹਾ ਜਾ ਸਕਦਾ ਕਿ ਰਾਜਨੀਤਿਕ ਸੱਭਿਆਚਾਰ ਪਦਾਰਥਕ ਤੱਤਾਂ ਦਾ ਸਮੂਹ ਨਹੀਂ ਹੈ, ਵੀ ਕੋਈ ਇੱਕ ਪਦਾਰਥ ਨਹੀਂ ਹੈ, ਇਹ ਅੰਦਰੂਨੀ ਭਾਵਨਾਵਾਂ ਨੇ। ਅਤੇ ਅਗਲਾ ਹੈਗਾ ਇੱਕੀ ਸਮਾਜ ਵਿੱਚ ਇਸ ਦੇ ਕਈ ਰੂਪਾਂ ਵਿੱਚ ਹੋਂਦ ਹੈ ਇਹਦੀ। ਹਾਂਜੀ, ਕਿਸੇ ਵੀ ਸਮਾਜ ਦੇ ਵਿੱਚ ਇੱਕ ਹੀ ਪ੍ਰਕਾਰ ਦੇ ਰਾਜਨੀਤਿਕ ਸੱਭਿਆਚਾਰ ਦੀ ਹੋਂਦ ਸੰਭਵ ਨਹੀਂ ਹੈਗੀ। ਵਰਤਮਾਨ ਯੁੱਗ ਦੇ ਵਿੱਚ ਹਰੇਕ ਰਾਜਨੀਤਿਕ ਸਮਾਜ 'ਚ ਬਹੁਵਾਦੀ ਸਰੂਪ ਦਾ ਕੋਈ ਵੀ ਅਜਿਹਾ ਦੇਸ਼ ਨਹੀਂ ਹੈਗਾ ਜਿੱਥੇ ਵੱਖ-ਵੱਖ ਧਰਮਾਂ, ਜਾਤੀਆਂ, ਭਾਸ਼ਾਵਾਂ, ਸੱਭਿਆਚਾਰ ਵਾਲੇ ਲੋਕਾਂ ਦੇ ਵਰਗ ਨਹੀਂ ਹਨ। ਸਪਸ਼ਟ ਹੈ ਕਿ ਬਹੁਤ ਸੱਭਿਆਚਾਰ ਵਾਲੇ ਦੇਸ਼ਾਂ ਵਿੱਚ ਇੱਕ ਹੀ ਪ੍ਰਕਾਰ ਦੇ ਰਾਜਨੀਤਿਕ ਸੱਭਿਆਚਾਰ ਦੀ ਹੋਂਦ ਸੰਭਵ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਕੁਝ ਹੋਰ ਤੱਤ ਵੀ ਨੇ ਜੋ ਇੱਕ ਹੀ ਸਮਾਜ ਦੇ ਵਿੱਚ ਇੱਕ ਹੀ ਕਿਸਮ ਦੇ ਰਾਜਨੀਤਿਕ ਸੱਭਿਆਚਾਰ ਦੀ ਹੋਂਦ ਨੂੰ ਅਸੰਭਵ ਬਣਾਉਂਦੇ ਨੇ। ਕਿਸੇ ਵੀ ਸਮਾਜ ਦੇ ਵਿੱਚ ਲੋਕ ਪੜ੍ਹੇ ਲਿਖੇ ਨਹੀਂ ਹੁੰਦੇ, ਸਾਰੇ ਲੋਕਾਂ ਦੀ ਆਰਥਿਕ ਸਥਿਤੀ ਇੱਕੋ ਜਿਹੀ ਨਹੀਂ ਹੁੰਦੀ, ਸਾਰੇ ਲੋਕਾਂ ਦਾ ਸਮਾਜਿਕ ਪਿਛੋਕੜ ਇੱਕੋ ਜਿਹਾ ਨਹੀਂ ਹੁੰਦਾ, ਨਾ ਹੀ ਸਾਰੇ ਲੋਕਾਂ ਦੀਆਂ ਮਾਨਸਿਕ ਪ੍ਰਵਿਰਤੀ, ਉਹਨਾਂ ਦੀ ਸੂਝ-ਬੂਝ ਦਾ ਪੱਧਰ ਇੱਕੋ ਜਿਹਾ ਹੁੰਦਾ। ਅਤੇ ਅਜਿਹੀਆਂ ਪਰਿਸਥਿਤੀਆਂ ਦੇ ਵਿੱਚ ਇੱਕ ਹੀ ਸਮਾਜ ਵਿੱਚ ਇੱਕ ਹੀ ਰੂਪ ਦਾ ਰਾਜਨੀਤਿਕ ਸੱਭਿਆਚਾਰ ਹੋਣਾ ਅਸੰਭਵ ਹੈ। ਅੱਗੇ ਹੈਗਾ ਵਿਸ਼ਵ ਵਿਆਪੀ ਧਾਰਨਾ। ਹਾਂਜੀ, ਇਹ ਕਹਿਣਾ ਵੀ ਬਿਲਕੁਲ ਗਲਤ ਹੈ ਕਿ ਰਾਜਨੀਤਿਕ ਸੱਭਿਆਚਾਰ ਕੇਵਲ ਲੋਕਤੰਤਰੀ ਸਮਾਜਾਂ ਵਿੱਚ ਵੀ ਪਾਇਆ ਜਾਂਦਾ। ਇਹ ਤਾਂ ਯੂਨੀਵਰਸਲ ਹੈ, ਯੂਨੀਵਰਸਲ ਕਨਸੈਪਟ ਹੈ। ਇਹ ਹਰ ਇੱਕ ਤਰੀਕੇ ਦੇ, ਜ਼ਰੂਰੀ ਨਹੀਂ ਹੈਗੀ ਕਿ ਉੱਥੇ ਜਿਹੜੇ ਕਿ ਲੋਕਤੰਤਰ ਨਹੀਂ ਹੈਗਾ, ਅਗਰ ਉੱਥੇ ਜਿਹੜੇ ਕਿ ਕੋਈ ਵੀ ਤਾਨਾਸ਼ਾਹੀ ਹੋਵੇ, ਸੱਤਾਵਾਦੀ ਹੋਵੇ, ਸਮਾਜਵਾਦੀ ਹੋਵੇ ਜਾਂ ਸਾਮਵਾਦੀ ਹੋਵੇ, ਹਰ ਇੱਕ ਰਾਜ ਦੇ ਸਰੂਪ ਦੇ ਵਿੱਚ ਲੋਕਾਂ ਦੇ ਉਸ ਰਾਜ ਦੇ ਪ੍ਰਤੀ, ਉਸ ਸਰਕਾਰ ਦੇ ਪ੍ਰਤੀ ਉਹਨਾਂ ਦਾ ਦ੍ਰਿਸ਼ਟੀਕੋਣ ਹੁੰਦਾ, ਨਜ਼ਰੀਆ ਹੁੰਦਾ, ਠੀਕ ਹੈ, ਵਿਸ਼ਵਾਸ ਹੁੰਦਾ, ਕਦਰਾਂ ਕੀਮਤਾਂ ਹੁੰਦੀਆਂ ਨੇ। ਤਾਂ ਉਹ ਹਰ ਇੱਕ ਤਰ੍ਹਾਂ ਦੇ ਜਿਹੜੇ ਕਿ ਆਪਾਂ ਕਹਿ ਸਕਦੇ ਪੋਲੀਟੀਕਲ ਸਿਸਟਮ ਦੇ ਪ੍ਰਤੀ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਨੇ। ਤਾਂ ਇਹ ਵਿਸ਼ਵ ਵਿਆਪੀ ਧਾਰਨਾ, ਇਹ ਨਹੀਂ ਹੈ ਕਿ ਸਿਰਫ ਇਹ ਲੋਕਤੰਤਰੀ ਸਮਾਜ ਦੇ ਵਿੱਚ ਹੀ ਹੈ। ਅੱਗੇ ਹੈਗਾ ਰਾਜਨੀਤਿਕ ਸੱਭਿਆਚਾਰ ਵਿੱਚ ਪਰੰਪਰਾਵਾਂ ਦੀ ਭੂਮਿਕਾ ਹੁੰਦੀ ਹੈ। ਹਾਂਜੀ, ਰਾਜਨੀਤਿਕ ਸੱਭਿਆਚਾਰ ਚਾਹੇ ਅਨਵਿਕਸਿਤ ਹੋਵੇ, ਚਾਹੇ ਵਿਕਸਿਤ ਹੋਵੇ, ਚਾਹੇ ਰਾਜਨੀਤਿਕ ਪਰੰਪਰਾਵਾਂ ਹੋਣ, ਚਾਹੇ ਆਦਤਾਂ ਹੋਣ, ਚਾਹੇ ਪ੍ਰਥਾਵਾਂ ਨਾਲ ਜ਼ਰੂਰ ਪ੍ਰਭਾਵਿਤ ਹੁੰਦੀ ਹੈ। ਅਸਲ ਦੇ ਵਿੱਚ ਪਰੰਪਰਾਵਾਂ ਹੀ ਰਾਜਨੀਤਿਕ ਸੰਸਕ੍ਰਿਤੀ ਨੂੰ ਵਿਸ਼ਿਸ਼ਟਤਾ ਅਤੇ ਸਾਰਥਕਤਾ ਪ੍ਰਦਾਨ ਕਰਦੀਆਂ ਨੇ। ਜਿਵੇਂ ਕਿ ਉਦਾਹਰਨ ਦਿੱਤੀ ਹੋਈ ਇਹਨਾਂ ਨੇ ਇੰਗਲੈਂਡ ਦੀ, ਕਿ ਪਰੰਪਰਾਵਾਂ ਅਤੇ ਆਧੁਨਿਕਤਾ ਦੇ ਮਿਸ਼ਰਣ ਨਾਲ ਇੰਗਲੈਂਡ ਦੇ ਦੇਸ਼ ਨੂੰ ਸੰਤੁਲਨ ਅਤੇ ਸਥਾਈਪਨ ਜਿਹੜੇ ਕਿ ਪ੍ਰਾਪਤ ਹੋਇਆ। ਅੱਗੇ ਹੈਗਾ ਪਰਿਵਰਤਨਸ਼ੀਲ ਜਿਹੜੇ ਕਿ ਸਰੂਪ ਆ। ਕਿਸੇ ਵੀ ਸਮਾਜ ਜਾਂ ਸੰਪਰਦਾਇ ਦਾ ਜਾਂ ਵਰਗ ਦੇ ਲੋਕਾਂ ਦਾ ਰਾਜਨੀਤਿਕ ਸੱਭਿਆਚਾਰ ਸਥਾਈ ਰੂਪ ਦਾ ਨਹੀਂ ਹੋ ਸਕਦਾ। ਰਾਜਨੀਤਿਕ ਸੱਭਿਆਚਾਰ ਤਾਂ ਵਿਅਕਤੀ ਦੀਆਂ ਅਨੇਕਾਂ ਅੰਤਰਮੁਖੀ ਪ੍ਰਵਿਰਤੀਆਂ ਦਾ ਸਮੂਹ ਹੈ। ਅਨੇਕਾਂ ਅੰਤਰਮੁਖੀ ਪ੍ਰਵਿਰਤੀਆਂ ਉਹਨਾਂ ਦਾ ਸਮੂਹ ਹੈ। ਬਦਲਦੇ ਹਾਲਾਤ ਦੇ ਅਨੁਸਾਰ ਵਿਅਕਤੀ ਦੀਆਂ ਅਜਿਹੀਆਂ ਪ੍ਰਵਿਰਤੀਆਂ ਵਿੱਚ ਪਰਿਵਰਤਨ ਆਉਣੇ ਬਿਲਕੁਲ ਸੁਭਾਵਿਕ ਨੇ। ਅਜਿਹੇ ਪਰਿਵਰਤਨ ਹੀ ਰਾਜਨੀਤਿਕ ਸੱਭਿਆਚਾਰ ਦੇ ਸਰੂਪ ਨੂੰ ਅਸਥਾਈ ਬਣਾਉਂਦੇ ਨੇ, ਕਿਉਂਕਿ ਇਹ ਪਰਿਵਰਤਨਸ਼ੀਲ ਵਿਅਕਤੀ ਦੇ ਰਾਜਨੀਤਿਕ ਵਿਸ਼ਵਾਸ, ਰਾਜਨੀਤਿਕ ਕਦਰਾਂ ਕੀਮਤਾਂ, ਰਾਜਨੀਤਿਕ ਦ੍ਰਿਸ਼ਟੀਕੋਣ ਨੂੰ ਬਦਲਣ ਦੇ ਕਾਰਨ ਬਣਦੇ ਨੇ। ਉਮਰ ਦੇ ਵਾਧੇ ਨਾਲ ਜ਼ਿਆਦਾ ਤੋਂ ਜ਼ਿਆਦਾ ਵਿਅਕਤੀ ਵਿੱਦਿਆ ਗ੍ਰਹਿਣ ਕਰਕੇ ਸਮਾਜ ਦੇ ਅਲੱਗ-ਅਲੱਗ ਪੱਖਾਂ ਦੇ ਵਿੱਚੋਂ ਭਾਗ ਲੈਣ ਲੱਗ ਜਾਂਦੇ ਨੇ, ਤਾਂ ਉਹਨਾਂ ਦੇ ਆਪਣੇ ਅਨੁਭਵ ਬਣ ਜਾਂਦੇ ਨੇ, ਹੈ ਨਾ। ਭਾਵ ਕਿ ਹਰ ਇੱਕ ਕੋਈ ਇੱਕ ਚੀਜ਼ ਨਹੀਂ ਹੈ ਇਹਦੇ ਵਿੱਚ। ਇਹ ਰਾਜਨੀਤਿਕ ਸੱਭਿਆਚਾਰ ਅੱਗੇ ਅੱਗੇ ਪਰਿਵਰਤਨਸ਼ੀਲ ਹੋ ਸਕਦਾ। ਕੋਈ 10 ਸਾਲ ਦਾ ਬੱਚਾ ਬਹੁਤ ਘੱਟ ਨੌਲੇਜ ਰੱਖਦਾ ਹੋਵੇ, ਜਦੋਂ ਉਹ ਟੀਨਏਜ ਤੋਂ ਅੱਗੇ
ਭਾਵ ਕਿ ਅਡਲਟ ਹੋ ਜਾਵੇ, 18 ਸਾਲ ਦਾ ਹੋ ਜਾਵੇ, ਉਹ ਵੱਧ ਨੌਲੇਜ ਰੱਖਣ ਲੱਗ ਜੇ। ਹੋ ਸਕਦਾ ਉਹ ਬੱਚਾ 40+ ਹੋ ਜਾਏ ਜਾਂ 50+ ਹੋ ਜਾਏ, ਉਹ ਖੁਦ ਹੀ ਜਿਹੜੇ ਕਿ ਅੱਗੇ ਹੁਣ ਹੋਰ ਨੌਲੇਜ ਮਿਲ ਜੇ, ਜਾਂ ਹੋ ਸਕਦਾ ਉਹੀ ਜਿਹੜੇ ਕਿ ਸਰਪੰਚ ਬਣ ਜੇ, ਪੰਚ ਬਣ ਜੇ, ਉਹਦੀ ਹੋਰ ਜਿਹੜੀ ਕਿ ਪਹਿਲਾਂ ਉਹਦਾ ਦ੍ਰਿਸ਼ਟੀਕੋਣ ਸੀ ਉਹ ਉਹਦੇ ਵਿੱਚ ਚੇਂਜ ਆਈ ਜਾਊਗਾ। ਭਾਵ ਕਿ ਇਹ ਚੀਜ਼ ਜਿਹੜੀ ਕਿ ਰਾਜਨੀਤਿਕ ਸੱਭਿਆਚਾਰ ਆ ਪਰਿਵਰਤਨਸ਼ੀਲ ਹੈ। ਹਾਂਜੀ, ਅੱਗੇ ਹੈਗਾ ਰਾਜਨੀਤਿਕ ਸੱਭਿਆਚਾਰ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਅੰਤਰਕਿਰਿਆ। ਰਾਜਨੀਤਿਕ ਸੱਭਿਆਚਾਰ ਅਤੇ ਰਾਜਨੀਤਿਕ ਪ੍ਰਣਾਲੀ ਵਿੱਚ ਨਿਰੰਤਰ ਅੰਤਰਕਿਰਿਆ ਹੁੰਦੀ ਰਹਿੰਦੀ ਆ। ਦੋਨੋਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਰਹਿੰਦੇ ਨੇ, ਇੰਟਰੈਕਸ਼ਨ ਆ ਦੋਨਾਂ 'ਚ, ਦੋਨੋਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਨੇ। ਜਦੋਂ ਭਾਰਤ ਸੁਤੰਤਰ ਹੋਇਆ ਸੀ ਉਸ ਸਮੇਂ ਆਮ ਲੋਕਾਂ ਦੇ ਵਿੱਚ ਰਾਜਨੀਤਿਕ ਜਾਗ੍ਰਿਤੀ ਦੀ ਘਾਟ ਸੀ, ਤਾਂ ਰਾਜਨੀਤਿਕ ਜਾਗ੍ਰਿਤੀ ਦੀ ਘਾਟ ਸੀ, ਤਾਂ ਹੌਲੀ ਹੌਲੀ ਜਿਵੇਂ ਜਿਵੇਂ ਜਿਹੜਾ ਕਿ ਭਾਰਤ ਸੁਤੰਤਰ ਹੋ ਗਿਆ, ਠੀਕ ਹੈ, ਫਿਰ ਲੋਕਾਂ ਦੇ ਵਿੱਚ ਜਾਗ੍ਰਿਤੀ ਆ ਗਈ, ਅਤੇ ਵਿਦੇਸ਼ੀ ਗੁਲਾਮੀ ਤੋਂ ਅਧੀਨ ਗ੍ਰਹਿਣ ਕਰਕੇ ਉਹਨਾਂ ਲੋਕਾਂ ਅੰਦਰ ਸੁਤੰਤਰਤਾ, ਲੋਕਤੰਤਰੀ ਕਦਰਾਂ ਕੀਮਤਾਂ ਪ੍ਰਤੀ ਜ਼ਿਆਦਾ ਲਗਨ ਨਹੀਂ ਸੀ। ਪਰ ਸਮੇਂ ਦੇ ਬੀਤਣ ਦੇ ਨਾਲ ਉਹਨਾਂ ਦੇ ਕਦਰਾਂ ਕੀਮਤਾਂ ਵਿੱਚ ਪਰਿਵਰਤਨ ਆਇਆ, ਵਿਸ਼ਵਾਸਾਂ 'ਚ ਪਰਿਵਰਤਨ ਆਇਆ, ਹੈ ਨਾ। ਸੁਚੇਤ ਹੋਏ ਲੋਕ, ਜਿਹੜੀ ਰਾਜਨੀਤਿਕ ਚੇਤਨਤਾ ਦੀ ਘਾਟ ਸੀ ਉਹ ਪੂਰੀ ਹੋਈ, ਤਾਂ ਇਹ ਸਾਰੀ ਚੀਜ਼ਾਂ ਜਿਹੜੇ ਕਿ ਅੱਗੇ ਅੱਗੇ ਪ੍ਰਭਾਵਿਤ ਹੁੰਦੇ ਰਹੀ। ਤਾਂ ਆਪਾਂ ਕਹਿ ਸਕਦੇ ਕਿ ਦੋਨੋਂ ਚੀਜ਼ਾਂ ਇਹ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਨੇ। ਅੱਗੇ ਤੁਸੀਂ ਸਿੱਟਾ ਕੱਢ ਦੇਣਾ, ਠੀਕ ਹੈ, ਅਤੇ ਨੈਕਸਟ ਇਹਦਾ ਕੁਐਸਚਨ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ। ਥੈਂਕਸ।